ਸਤਿ ਸ੍ਰੀ ਅਕਾਲ ਬੇਟਾ ਜੀ। ਅੱਜ ਅਸੀਂ ਕਰਾਂਗੇ ਆਲਟਰਨੇਟਿੰਗ ਕਰੰਟ ਦੀ ਗੱਲ। ਇਹ ਬਣਿਆ ਹੈ ਆਲਟਰ ਵਰਡ ਤੋਂ, ਜਿਹਦਾ ਮਤਲਬ ਹੈ ਚੇਂਜ। ਅਸੀਂ ਆਮ ਭਾਸ਼ਾ 'ਚ ਵੀ ਇਹ ਵਰਡ ਯੂਜ਼ ਕਰਦੇ ਹਾਂ, ਜਿਵੇਂ ਕਹਿੰਦੇ ਹਾਂ ਸੂਟ ਆਲਟਰ ਕਰਨ ਨੂੰ ਦਿੱਤਾ ਹੈ, ਕੁਛ ਨਾ ਕੁਛ ਉਹਦੇ 'ਚ ਚੇਂਜਸ ਕਰਨੇ ਹਨ। ਇੱਥੇ ਕੀ ਚੇਂਜ ਹੋ ਰਿਹਾ ਹੈ? ਕਰੰਟ ਚੇਂਜ ਹੋ ਰਿਹਾ ਹੈ। ਕਰੰਟ ਦੀ ਕੀ ਪ੍ਰੋਪਰਟੀ ਚੇਂਜ ਹੋ ਰਹੀ ਹੈ? ਉਹਦੀ ਡਾਇਰੈਕਸ਼ਨ ਚੇਂਜ ਹੋ ਰਹੀ ਹੈ। ਯਾਨੀ ਕਿ ਮੈਂ ਇੱਧਰ ਨੂੰ ਜਾ ਰਿਹਾ ਹਾਂ, ਥੋੜ੍ਹੀ ਦੇਰ ਬਾਅਦ ਇੱਧਰ ਨੂੰ ਜਾਣਾ ਸ਼ੁਰੂ ਕਰ ਦੇਵਾਂ, ਤੁਸੀਂ ਕਹਿ ਸਕਦੇ ਹੋ ਮੈਂ ਆਪਣਾ ਪਾਥ, ਰਸਤਾ ਆਲਟਰ ਕਰਦਾ ਪਿਆ ਹਾਂ, ਆਪਣੀ ਡਾਇਰੈਕਸ਼ਨ ਆਲਟਰ ਕਰਦਾ ਪਿਆ। ਇਹ ਅਸੀਂ ਸਰਕਟਸ 'ਚ ਜੇ ਸਿੰਬਲ ਦਿਖਾਉਣਾ ਹੈ ਤਾਂ ਇੱਦਾਂ ਵਿਖਾਉਣਾ ਹੈ, ਵੇਵ ਜਿਹੀ ਬਣਾ ਕੇ। ਵੇਵ ਉੱਪਰ ਥੱਲੇ ਜਾਂਦੀ ਹੈ, ਰਾਈਟ, ਅਪ ਐਂਡ ਡਾਊਨ। ਦੈਟ ਇਜ਼ ਵਾਈ ਵੀ ਸ਼ੋ ਇਟ ਲਾਈਕ ਦੈਟ ਕਿ ਡਾਇਰੈਕਸ਼ਨ ਚੇਂਜ ਹੋ ਰਹੀ ਹੈ। ਹਾਲੇ ਤੱਕ ਅਸੀਂ ਕੀ ਯੂਜ਼ ਕਰਦੇ ਆਏ ਹਾਂ? ਇੱਦਾਂ ਬੈਟਰੀ ਯੂਜ਼ ਕਰਦੇ ਆਏ ਹਾਂ। ਦੈਟ ਵਾਜ਼ ਡਾਇਰੈਕਟ ਕਰੰਟ। ਇਹ ਜਿਹੜਾ ਸਿੰਬਲ ਆ ਗਿਆ ਸਰਕਟ 'ਚ, ਤਾਂ ਸਮਝ ਜਾਓ ਜਿਹੜੀ ਸਪਲਾਈ ਹੈ ਉਹ ਆਲਟਰਨੇਟਿੰਗ ਕਰੰਟ ਦੀ ਹੈ। ਸਾਡੇ ਘਰਾਂ 'ਚ ਕਿਹੜਾ ਆ ਰਿਹਾ ਹੈ? ਆਲਟਰਨੇਟਿੰਗ ਕਰੰਟ ਆ ਰਿਹਾ ਹੈ, ਨਾ ਕਿ ਡੀਸੀ। ਇਹ ਪੈਨਸਲ ਸੈੱਲ ਨਾਲ ਜਿਹੜੀ ਬੈਟਰੀ ਹੁੰਦੀ ਹੈ, ਜ਼ਿਆਦਾਤਰ ਜਿਹਨੂੰ ਅਸੀਂ ਬੈਟਰੀ ਕਹਿੰਦੇ ਹਾਂ, ਉਹ ਡੀਸੀ ਕਰੰਟ ਦਿੰਦਾ ਹੈ। ਘਰਾਂ 'ਚ ਸਾਨੂੰ ਏਸੀ ਹੀ ਮਿਲਦਾ ਹੈ। ਇੱਥੇ ਕੁਐਸਚਨ, ਸਰ ਘਰਾਂ 'ਚ ਡੀਸੀ ਕਿਉਂ ਨਹੀਂ ਆਉਂਦਾ ਪਿਆ? ਏਸੀ ਹੀ ਕਿਉਂ ਸਾਨੂੰ ਸਪਲਾਈ ਕੀਤਾ ਗਿਆ ਹੈ? ਤਾਂ ਇਹਦੇ ਅਸੀਂ 3 ਕਾਰਨ ਇੱਥੇ ਪੜ੍ਹਨੇ ਹਨ, ਜਸਟ ਉਹਨਾਂ ਦਾ ਓਵਰਵਿਊ ਲੈਣਾ ਹੈ। ਜਿੱਦਾਂ ਜਿੱਦਾਂ ਇਹ ਚੈਪਟਰ ਚੱਲੇਗਾ ਤੁਹਾਨੂੰ ਉਹਦੇ ਰੀਜ਼ਨਸ ਵੀ ਪਤਾ ਲੱਗ ਜਾਣੇ ਹਨ। ਪਹਿਲੀ ਗੱਲ, ਏਸੀ ਕਿਉਂ ਯੂਜ਼ ਕਰਦੇ ਪਏ ਹਾਂ, ਡੀਸੀ ਕਿਉਂ ਨਹੀਂ ਯੂਜ਼ ਕਰ ਰਹੇ? ਉਹਦਾ ਪਹਿਲਾ ਰੀਜ਼ਨ ਇਹ ਹੈ, you can change the voltage of AC यानी कि alternating current easily। ਆਸਾਨੀ ਨਾਲ ਤੁਸੀਂ ਇਹਦੀ ਵੋਲਟੇਜ ਚੇਂਜ ਕਰ ਸਕਦੇ ਹੋ। ਸੈਕੰਡ, ਐਫੀਸ਼ੀਐਂਟ। ਐਫੀਸ਼ੀਐਂਟ ਮਤਲਬ ਤੁਹਾਡਾ ਜ਼ਿਆਦਾ ਨੁਕਸਾਨ ਨਹੀਂ ਹੋਏਗਾ, ਐਨਰਜੀ ਲਾਸ ਨਹੀਂ ਹੋਏਗੀ ਜੇ ਤੁਸੀਂ ਸਪਲਾਈ ਕਰਨਾ ਹੈ ਲੌਂਗਰ ਰੇਂਜਸ, है ना। ਹੁਣ ਦੇਖੋ, ਕਿਆ ਤੁਸੀਂ ਆਸ-ਪਾਸ ਆਪਣੇ ਪਾਵਰ ਸਟੇਸ਼ਨ ਦੇਖਦੇ ਹੋ? ਬਹੁਤ ਦੂਰੋਂ ਬਿਜਲੀ ਆਉਂਦੀ ਹੈ, ਤੇ ਜੇ ਅਸੀਂ ਡੀਸੀ ਯੂਜ਼ ਕਰੀਏ ਬਹੁਤ ਨੁਕਸਾਨ ਹੋ ਜਾਣਾ। ਉਹ ਮੈਥਡ ਐਫੀਸ਼ੀਐਂਟ ਨਹੀਂ ਹੈ। ਤਾਂ ਸੈਕੰਡ ਪੁਆਇੰਟ ਇਜ਼ ਦੈਟ ਏਸੀ ਕਿਉਂ ਯੂਜ਼ ਕਰਦੇ ਪਏ ਹਾਂ ਕਿ ਜਿਹੜੀ ਲੌਂਗਰ ਰੇਂਜਸ ਵਾਸਤੇ ਹੈ ਸਾਨੂੰ ਐਫੀਸ਼ੀਐਂਟ ਪੈਂਦਾ ਹੈ। ਜਾਂ ਅਸੀਂ ਕਹਿ ਸਕਦੇ ਹਾਂ, ਇੱਕ ਹੋਰ ਵਰਡ ਯੂਜ਼ ਕਰ ਸਕਦੇ ਹਾਂ, ਇਕੋਨੋਮਿਕਲ, ਹੈ ਨਾ। ਸਸਤਾ ਪੈਂਦਾ ਹੈ, ਡੀਸੀ ਦਾ ਬਹੁਤ ਖਰਚਾ ਹੋ ਜਾਣਾ, ਬਹੁਤ ਲਾਸ ਹੋ ਜਾਣਾ, ਤਾਂ ਕਰਕੇ ਅਸੀਂ ਯੂਜ਼ ਕਰ ਰਹੇ ਹਾਂ ਏਸੀ ਨੂੰ। ਥਰਡ, we use alternating current properties in many electronic devices। ਆਲਟਰਨੇਟਿੰਗ ਕਰੰਟ ਦੀ ਜਿਹੜੀਆਂ ਖੂਬੀਆਂ ਹਨ, ਉਹਦੀ ਪ੍ਰੋਪਰਟੀ ਜਿਹੜੀ ਹੈ ਉਹ ਬਹੁਤ ਇਲੈਕਟ੍ਰੋਨਿਕ ਡਿਵਾਈਸਿਸ 'ਚ ਯੂਜ਼ ਹੁੰਦੀ ਹੈ, ਤਾਂ ਉਹਦਾ ਵੀ ਸਾਨੂੰ ਫਾਇਦਾ ਹੋ ਜਾਂਦਾ ਹੈ। ਉੱਥੇ ਡੀਸੀ ਕੰਮ ਨਹੀਂ ਕਰ ਸਕਦਾ, ਜਿਹੜਾ ਇਹਦੀ ਵਿਸ਼ੇਸ਼ਤਾ ਹੈ ਉਹ ਇਹਦੀ ਵਿਸ਼ੇਸ਼ਤਾ ਹੈ, ਤਾਂ ਕਾਫੀ ਇਲੈਕਟ੍ਰੋਨਿਕ ਡਿਵਾਈਸਿਸ 'ਤੇ ਸਾਨੂੰ ਫਾਇਦਾ ਮਿਲ ਜਾਂਦਾ ਹੈ। ਤਾਂ ਇਹ ਚੀਜ਼ ਯਾਦ ਰੱਖਣੀ ਹੈ, ਠੀਕ ਹੈ। ਫਸਟ ਪੁਆਇੰਟ, ਯੂ ਕੈਨ ਚੇਂਜ ਦ ਵੋਲਟੇਜ ਆਫ ਏਸੀ ਕਰੰਟ, ਆਲਟਰਨੇਟਿੰਗ ਕਰੰਟ ਈਜ਼ੀਲੀ। ਕੌਣ ਕਰਦਾ ਹੈ? ਤੁਸੀਂ ਸੁਣਿਆ ਹੈ, ਹੂ ਚੇਂਜਸ ਦ ਵੋਲਟੇਜ। ਤੁਸੀਂ ਸੁਣਿਆ ਹੋਣਾ ਟਰਾਂਸਫਾਰਮਰ ਸੜ ਗਿਆ, ਹੈ ਨਾ, ਟਰਾਂਸਫਾਰਮਰ ਨਹੀਂ ਚੱਲਦਾ ਪਿਆ, ਰਾਈਟ। ਸਪਾਰਕ ਹੁੰਦਾ ਪਿਆ ਟਰਾਂਸਫਾਰਮਰ 'ਚ, ਆਵਾਜ਼ ਵੀ ਕਰਦਾ ਹੈ ਜਿਹੜੇ ਉਹਦੇ ਕੋਲ ਜਾਓ ਤਾਂ। ਇਹ ਵੀ ਸਾਡੇ ਸਿਲੇਬਸ 'ਚ ਹੈ ਇਸ ਚੈਪਟਰ 'ਚ। ਤੇ ਯਾਦ ਰੱਖਣਾ, पहला पॉइंट जड़ा है, वी कैन चेंज द वोल्टेज ऑफ AC इजीली। कैसे करते हैं? वी विल सी एज वी मूव इन द चैप्टर। इट इज़ एफिशिएंट टू सप्लाई फॉर लॉन्गर रेंजेस। ये जड़े ਤੁਸੀਂ ਬਿਜਲੀ ਦੇ ਤਾਰਾਂ ਦੇਖ ਰਹੇ ਹੋ, ਸਾਰੇ AC ਲੱਗੇ ਹੋਏ ਹਨ। ਇਹ 'ਤੇ DC ਲਾਈਏ, ਮਹਿੰਗਾ ਪੈਣਾ ਹੈ, ਇਕੋਨੋਮਿਕਲ ਨਹੀਂ ਰਹਿਣਾ ਹੈ, ਐਫੀਸ਼ੀਐਂਟ ਨਹੀਂ ਹੈ, ਪਾਵਰ ਲॉसेस बहुत ज़्यादा हो जाएगा, यानी कि सानू खर्चा बहुत बैठ जाएगा, एनर्जी लॉस होएगा, ठीक है। और तीजी चीज़, असी AC अल्टरनेटिंग करंट चेंज होंदे करंट की बड़ी विशेषता है, वो असी यूज़ कर लेंदे हैं बहुत इलैक्ट्रॉनिक डिवाइस ते। एग्जाम्पल साडा रेडियो। हो गई 3 खूबियाँ। तो हाले तक DC क्यों किया, हुण AC ते क्यों आ रहे हैं? तो ये समझ लो कि DC हुण क्यों नहीं कर रहे, क्योंकि सर मेन सप्लाई जिहड़ी साडी है, जिन्हों असी कहंदे आ
ਘਰਾਂ ਦੀ ਜਿਹੜੀ ਮੇਨ ਸਪਲਾਈ ਹੈ, ਰਾਈਟ, ਇੱਦਾਂ ਸ਼ੂ ਲੱਗਿਆ ਹੋਇਆ, ਇੱਥੋਂ ਕੀ ਮਿਲਣਾ ਹੈ ਤੁਹਾਨੂੰ? ਆਲਟਰਨੇਟਿੰਗ ਕਰੰਟ ਹੀ ਮਿਲਦਾ ਪਿਆ ਹੈ। ਡੀਸੀ ਕਿਉਂ ਨਹੀਂ ਹੈ? ਹੁਣ ਸਾਡੇ ਵਾਸਤੇ 3 ਰੀਜ਼ਨ ਹਨ। ਹੁਣ ਥੋੜ੍ਹਾ ਜਿਹਾ ਵਿਜ਼ੂਅਲਾਈਜ਼ ਔਰ ਦਿਮਾਗ 'ਚ ਕਾਮਨ ਸੈਂਸ ਪੈਦਾ ਕਰ ਲਈਏ ਵੀ ਆਲਟਰਨੇਟਿੰਗ ਕਰੰਟ ਕਿੱਦਾਂ ਜਾ ਰਿਹਾ ਹੈ। ਕੋਈ ਵੀ ਵਾਇਰ ਪਈ ਹੋਏ, ਮੰਨ ਲਓ ਇਹ ਵਾਇਰ ਹੈ ਔਰ ਮੈਂ ਰੈੱਡ ਕਲਰ ਨਾਲ ਦੱਸਾਂਗਾ ਹੁਣ ਕਿੱਥੇ ਕਰੰਟ ਜਾ ਰਿਹਾ ਹੈ। ਜੇ ਇਹ ਡੀਸੀ ਹੁੰਦਾ ਨਾ ਤਾਂ ਕਰੰਟ ਸਿਰਫ ਇੱਕੋ ਡਾਇਰੈਕਸ਼ਨ 'ਚ ਜਾਂਦਾ ਹੈ ਨਾ। ਇਟ ਵਿਲ ਓਨਲੀ ਹੈਵ ਵਨ ਡਾਇਰੈਕਸ਼ਨ, ਹੈ ਨਾ, ਪੋਜ਼ਿਟਿਵ ਟੂ ਨੈਗੇਟਿਵ, ਪੋਜ਼ਿਟਿਵ ਟੂ ਨੈਗੇਟਿਵ, ਰਾਈਟ, ਓਨਲੀ ਵਨ ਡਾਇਰੈਕਸ਼ਨ। ਬਟ ਏਸੀ ਦੀ ਸਾਨੂੰ ਪਤਾ ਹੈ ਚੇਂਜ ਹੁੰਦੀ ਹੈ। ਵਾਟ ਡਸ ਦੈਟ ਮੀਨ? ਇੱਥੇ ਵਾਇਰ ਵਿਛਾ ਦਈਏ ਪਹਿਲੇ, ਹੈ ਨਾ, ਹੁਣ ਇੱਥੇ ਲਾ ਦਈਏ ਕਿਹੜਾ ਸੋਰਸ? ਆਲਟਰਨੇਟਿੰਗ ਸੋਰਸ, ਹੈ ਨਾ। ਹੁਣ ਇੱਥੇ ਤੁਸੀਂ ਦੇਖੋ ਤੁਹਾਡੇ ਸ਼ੂ 'ਚ ਨਹੀਂ ਲਿਖਿਆ ਹੋਇਆ ਪੋਜ਼ਿਟਿਵ ਨੈਗੇਟਿਵ ਕਿੱਥੇ ਹੈ, ਕਿਉਂਕਿ ਆਲਟਰ ਹੁੰਦਾ ਰਹਿੰਦਾ ਹੈ, ਤਾਂ ਕਰਕੇ ਉੱਥੇ ਨਹੀਂ ਪਾਇਆ ਹੋਇਆ ਹੈ ਪੋਜ਼ਿਟਿਵ ਨੈਗੇਟਿਵ। ਬਟ ਕਿੱਦਾਂ ਚੇਂਜ ਕਰੇਗਾ? ਅਸੀਂ ਦਿਮਾਗ 'ਚ ਕਾਮਨ ਸੈਂਸ ਕਿੱਦਾਂ ਰੱਖਣੀ ਹੈ ਕਿ ਪਹਿਲੇ ਕਰੰਟ ਇੱਧਰ ਜਾਂਦਾ ਹੈ ਇੱਕ ਡਾਇਰੈਕਸ਼ਨ ਨੂੰ, ਫਿਰ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦਾ ਹੈ। ਬਸ 2 ਵਾਰੀ ਨਹੀਂ ਸਰ, ਮਲਟੀਪਲ ਟਾਈਮਸ ਇੱਦਾਂ ਹੋ ਹੀ ਜਾਣਾ ਹੈ। ਕਿਤਨੇ ਕੁ ਟਾਈਮ ਹੁੰਦਾ ਹੋਏਗਾ ਸਰ? ਸਾਡੇ ਘਰਾਂ 'ਚ ਜਿਹੜੀ ਬਿਜਲੀ ਆ ਰਹੀ ਹੈ ਦੈਟ ਇਜ਼ ਆਫ 50 ਹਰਟਜ਼, ਮਤਲਬ 50 ਸਾਈਕਲਸ ਪਰ ਸੈਕਿੰਡ। 1 ਸੈਕਿੰਡ 'ਚ 50 ਵਾਰੀ ਫਲਕਚੁਏਟ ਹੋ ਰਹੀ ਹੈ, ਅਸੀਂ ਕਹਿ ਸਕਦੇ ਹਾਂ ਡਾਇਰੈਕਸ਼ਨ ਚੇਂਜ ਹੋ ਰਹੀ ਹੈ 50 ਵਾਰੀ। ਸੋਚ ਕੇ ਦੇਖੋ, ਪਤਾ ਵੀ ਨਹੀਂ ਲੱਗਦਾ ਸਾਨੂੰ। ਤਾਂ ਹੀ ਕਰਕੇ ਜੇ ਅਸੀਂ ਸਲੋ ਮੋਸ਼ਨ ਕਰੀਏ ਬਲਬ ਨੂੰ, ਜਿਹੜੇ ਪੁਰਾਣੇ ਬਲਬ ਹੁੰਦੇ ਸੀ, ਤਾਂ ਤੁਸੀਂ ਦੇਖੋਗੇ ਉਹ ਔਨ ਆਫ ਥੋੜ੍ਹੇ ਜਿਹੇ ਤੁਹਾਨੂੰ ਫਲਿੱਕਰ ਕਰਦੇ ਦਿਸਣਗੇ। ਜਿੱਦਾਂ ਜਿੱਦਾਂ ਤੁਹਾਡਾ ਵਧੀਆ ਕੈਮਰਾ ਹੋਏਗਾ, ਸਲੋ ਵਧੀਆ ਤਰੀਕੇ ਨਾਲ ਕਰ ਸਕੇਗਾ, ਤੁਸੀਂ ਓਬਜ਼ਰਵ ਕਰ ਸਕੋਗੇ, ਠੀਕ ਹੈ। ਬਟ ਚਲੋ ਫਿਲਹਾਲ ਵਾਪਿਸ ਆਉਂਦੇ ਹਾਂ ਇਹਦੇ 'ਚ ਥੋੜ੍ਹਾ ਜਿਹਾ ਹੋਰ ਡਿਟੇਲ। ਸਰ ਇਲੈਕਟ੍ਰੋਨ ਕਿੱਦਾਂ ਜਾ ਰਹੇ ਹਨ? ਮੰਨ ਲਓ ਸਰ ਇਹ ਕਾਪਰ ਦੀ ਵਾਇਰ ਹੈ ਨਾ, ਤਾਂ ਇਲੈਕਟ੍ਰੋਨ ਕਦੀ, ਮੰਨ ਲਓ ਇਹ ਇਲੈਕਟ੍ਰੋਨ ਹਨ, ਕਦੀ ਇੱਧਰ ਨੂੰ ਭੱਜਦੇ ਹਨ, ਹੈ ਨਾ, ਫਿਰ ਇੱਧਰ ਨੂੰ ਭੱਜਦੇ ਹਨ। ਇੱਦਾਂ ਇਹਨਾਂ ਨੇ ਸਾਈਕਲ ਚਲਾਈ ਜਾਣੀ ਹੈ, ਇੱਧਰ ਨੂੰ ਇੱਧਰ ਨੂੰ। ਜਿੱਦਾਂ ਵਾਸ਼ਿੰਗ ਮਸ਼ੀਨ ਨਹੀਂ ਹੁੰਦੀ, ਹੈ ਨਾ, ਵਾਸ਼ਿੰਗ ਮਸ਼ੀਨ 'ਚ ਪਾਣੀ ਇੱਧਰ 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 ਇਸ ਤਰ੍ਹਾਂ ਜਾਂਦਾ ਹੈ, ਆਲਟਰ ਕਰਦਾ ਰਹਿੰਦਾ ਹੈ। ਉਸ ਤਰ੍ਹਾਂ ਹੀ ਆਲਟਰਨੇਟਿੰਗ ਕਰੰਟ ਆਦੀ ਸਪਲਾਈ ਦਿੱਤਾ ਹੈ, ਉਹਦੀ ਵੈਲਿਊ ਜਿਹੜੀ ਹੈ ਉਹ ਵੱਧਦੀ ਜਾਣੀ ਹੈ, ਫਿਰ ਡਾਇਰੈਕਸ਼ਨ ਚੇਂਜ ਕਰੇਗੀ, ਠੀਕ ਹੈ, ਉਹਦੀ ਡਾਇਰੈਕਸ਼ਨ ਚੇਂਜ ਕਰੇਗੀ। ਹੁਣ ਥੋੜ੍ਹੇ ਜਿਹੇ ਨੰਬਰ ਪਾ ਲਈਏ, ਜਿਵੇਂ ਫੋਰ ਐਗਜ਼ਾਮਪਲ ਇੱਕ ਸਰਕਟ ਬਣਾ ਲੈਂਦੇ ਹਾਂ। ਇੱਥੇ ਅਸੀਂ ਬਣਾਉਣਾ ਹੈ ਹੁਣ ਬੈਟਰੀ ਦਾ ਜਿਹੜਾ ਸਾਈਨ ਲਾਉਂਦੇ ਸੀ ਨਾ ਇੱਦਾਂ, ਪੋਜ਼ਿਟਿਵ ਨੈਗੇਟਿਵ ਦਾ, ਹੈ ਨਾ, ਇਹ ਡੀਸੀ ਹੁੰਦਾ ਸੀ। ਹੁਣ ਅਸੀਂ ਏਸੀ ਦਾ ਸਾਈਨ ਲਗਾ ਦਿੱਤਾ। ਵਿੱਚ ਕੀ ਬਣਾਇਆ ਹੋਇਆ ਹੈ ਇਹ ਦੇਖੋ, ਇਹ ਸਾਈਨ ਵੇਵ ਹੈ। ਕਿਉਂ? ਜਿੱਦਾਂ ਪਾਣੀ ਨਹੀਂ ਉੱਪਰ ਥੱਲੇ ਜਾਂਦਾ, ਉੱਦਾਂ ਹੀ ਕਿਉਂਕਿ ਸਾਡਾ ਜਿਹੜਾ ਕਰੰਟ ਹੈ ਆਲਟਰਨੇਟਿੰਗ ਕਰੰਟ ਉੱਪਰ ਥੱਲੇ ਜਾਂਦਾ ਹੈ, ਤਾਂ ਕਰਕੇ ਉਹਨੂੰ ਰਿਪਰੈਜ਼ੈਂਟ ਜਾਂ ਸ਼ੋਅ ਕਰਨ ਦਾ ਤਰੀਕਾ ਹੈ ਸਾਈਨ ਵੇਵ। ਸਿੰਬਲ 'ਚ ਵੀ ਜਿਹੜਾ ਸਰਕਟ 'ਚ ਸਿੰਬਲ ਲਾਣਾ ਹੈ ਉਹ ਵੀ ਅਸੀਂ ਇਸ ਤਰ੍ਹਾਂ ਦਾ ਯੂਜ਼ ਕਰਦੇ ਹਨ। ਥੋੜ੍ਹੀ ਜਿਹੀ ਛੋਟੀ ਜਿਹੀ ਇੱਕ ਸਾਈਨ ਵੇਵ ਇੱਦਾਂ ਬਣਾ ਲੈਂਦੇ ਹਾਂ। ਇਹਦਾ ਮਤਲਬ ਆਲਟਰਨੇਟਿੰਗ ਕਰੰਟ ਲਾਇਆ ਹੋਇਆ। ਇਹ ਬੈਟਰੀ ਨਹੀਂ ਹੈਗੀ, ਇਹ ਪੈਨਸਲ ਸੈੱਲ ਨਹੀਂ ਲੱਗਿਆ ਹੋਇਆ। ਚਲੋ ਹੁਣ ਦੇਖੋ ਇੱਥੇ ਇਹ LED ਲਗਾਤੀ। ਹੁਣ ਜਿੱਦਾਂ ਹੀ ਇਹਨੂੰ ਲਾਓਗੇ, ਮੰਨ ਲਓ ਇਹ ਐਗਜ਼ਾਮਪਲ ਸਮਝਣ ਵਾਸਤੇ ਅਸੀਂ ਸਮਝਣਾ ਹੈ ਕਿ 4 ਐਂਪੀਅਰ ਮੈਕਸਿਮਮ ਕਰੰਟ ਜਾਂਦਾ ਹੈ, 4 ਐਂਪੀਅਰ ਮੈਕਸਿਮਮ ਕਰੰਟ ਜਾਂਦਾ ਹੈ, ਮੈਕਸਿਮਮ ਪਹੁੰਚਦਾ ਹੈ, ਠੀਕ ਹੈ। ਤਾਂ ਪਹਿਲੇ ਮੰਨ ਲਓ ਇੱਧਰ ਨੂੰ ਜਾਂਦਾ ਹੈ। ਵਾਟ ਇਜ਼ ਦਿਸ ਡਾਇਰੈਕਸ਼ਨ? ਦਿਸ ਇਜ਼ ਕਲॉकवाइज, ਘੜੀ ਜਿੱਦਾਂ ਜਾ ਰਹੀ ਹੈ ਨਾ। ਨੈਕਸਟ ਕੀ ਕਰੇਗਾ? ਇੱਕ ਕਰੰਟ ਸਰ ਘਟੇਗਾ, ਠੀਕ ਹੈ, 4 ਐਂਪੀਅਰ ਤੋਂ ਘਟੇਗਾ, ਫਿਰ 0 ਹੋ ਜਾਏਗਾ। ਉਸ ਦੇ ਬਾਅਦ ਕੀ ਹੋਏਗਾ ਸਰ? ਇਟ ਵਿਲ alter its direction, it will go in a opposite way। फिर की होएगा सर? अगेन it will go on repeating। सर कितनी बारी होएगा? ਤੁਹਾਨੂੰ ਹੁਣੇ ਦੱਸਿਆ ਸੀ ਮੈਂ, ਘਰ ਦੀ ਸਪਲਾਈ ਹੋਵੇ 50 ਵਾਰੀ 1 ਸੈਕਿੰਡ 'ਚ, ਬਹੁਤ ਫਾਸਟ, ਸਾਨੂੰ ਪਤਾ ਹੀ ਨਹੀਂ ਲੱਗਦਾ, ਅਸੀਂ ਨਹੀਂ ਦੇਖ ਸਕਦੇ। ਅਗਰ ਅਸੀਂ ਨਾਰਮਲ ਬਲਬ ਦੇਖੀਏ ਉਹਨੂੰ ਫਲਕਚੁਏਟ ਹੁੰਦਾ, ਸਲੋ ਮੋਸ਼ਨ ਕੈਮਰਾ ਹੋਏ ਉਹ ਫੜ ਲਏਗਾ। ਚਲੋ ਹੁਣ 4 ਐਂਪੀਅਰ ਕਿਆ ਇੱਕਦਮ ਆ ਜਾਏਗਾ? ਨਹੀਂ। ਅਸੀਂ ਜਦੋਂ ਇੰਡਕਸ਼ਨ ਦੀ ਗੱਲ ਕੀਤੀ ਸੀ, ਅਸੀਂ ਕਿਹਾ ਸੀ ਕਿ ਕਰੰਟ ਬਿਲਡਅਪ ਕਰਦਾ ਹੈ ਨਾ। 4 ਐਂਪੀਅਰ ਇੱਕਦਮ ਕਿੱਦਾਂ ਆ ਜਾਏਗੀ ਕਿਸੇ ਚੱਕਰ ਪਾਵਰ, ਹੈ ਨਾ। 4 ਐਂਪੀਅਰ ਇੱਕਦਮ ਥੋੜਾ ਕਰੰਟ ਜਾਏਗਾ। ਹਾਂ ਸਾਨੂੰ ਪਤਾ ਨਹੀਂ ਲੱਗਦਾ, ਬਟ ਇफ़ ਯੂ ਸੀ ਕਲੋਜ਼ਲੀ
ਜੇ ਤੁਸੀਂ ਆਰਾਮ ਨਾਲ ਦੇਖੋ ਤਾਂ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਬਲਬ ਹੈ ਚਾਹੇ LED ਹੈ ਉਹ ਸਲੋਲੀ ਗਲੋ ਕਰਦਾ ਹੈ। ਬਟ ਨਾਰਮਲੀ ਬਿਕੋਜ਼ ਸਾਡੀ ਅੱਖਾਂ ਇੰਨੀ ਫਾਸਟ ਨਹੀਂ ਫੜ ਸਕਦੀਆਂ, ਸਾਨੂੰ ਲੱਗਦਾ ਜਸਟ ਲਾਈਟ ਔਨ ਹੋ ਗਈ, ਜਸਟ ਕੁਝ ਨਹੀਂ ਹੋ ਰਿਹਾ। ਇਹ ਵੈਲਿਊ ਪਹੁੰਚਦੇ ਪਹੁੰਚਦੇ ਟਾਈਮ ਲੱਗਦਾ ਹੈ ਨਾ, ਚਾਹੇ ਘੱਟ ਹੋਵੇ ਪਰ ਟਾਈਮ ਤਾਂ ਲੱਗਦਾ ਹੈ। ਤਾਂ ਮੈਂ ਕੁਝ ਟਿਪੀਕਲ ਵੈਲਿਊਜ਼ ਇਹਦੀ ਲਿਖ ਰਿਹਾ ਹਾਂ। ਮੰਨ ਲਓ ਪਹਿਲੇ ਤਾਂ ਕੁਝ ਸੀਗਾ ਨਹੀਂ, 0, ਦੈਨ ਇਟ ਹੈਪਨ 1 2 3 4, ਵਿਚਕਾਰ ਵੀ ਬੇਟਾ ਸਾਰੀ ਵੈਲਿਊਜ਼ ਹੋਣੀਆਂ, 3.1 ਵੀ ਹੋਏਗਾ, 2.7 ਵੀ ਹੋਏਗਾ, ਬਟ ਮੈਂ ਕੁਝ ਵੈਲਿਊਜ਼ ਲੈ ਰਿਹਾ ਹਾਂ ਸਮਝਣ ਵਾਸਤੇ। ਤਾਂ ਪਹਿਲੇ ਤਾਂ ਕੀ ਹੋਇਆ, ਕਰੰਟ ਸਰ ਮੈਕਸਿਮਮ ਰੀਚ ਕਰਦਾ ਹੈ, ਧਿਆਨ ਰੱਖਣਾ ਇਸ ਚੀਜ਼ ਦਾ। ਪਹਿਲੇ ਕੀ ਹੋ ਰਿਹਾ ਹੈ ਸਰ, ਕਰੰਟ ਮੈਕਸਿਮਮ ਪਹੁੰਚ ਰਿਹਾ ਹੈ, ਠੀਕ ਹੈ। ਉਹਦੇ ਬਾਅਦ ਕੀ ਹੁੰਦਾ ਸਰ, ਫਿਰ ਘਟਣਾ ਸ਼ੁਰੂ ਕਰ ਦਿੰਦਾ ਹੈ, ਰਾਈਟ, 3 2 1 0। ਡਾਇਰੈਕਸ਼ਨ ਹਾਲੇ ਚੇਂਜ ਨਹੀਂ ਹੋਈ ਹੈ, ਸਿਰਫ ਉਹਦੀ ਵੈਲਿਊ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਗਈ, ਦੁਬਾਰਾ 0 ਪਹੁੰਚ ਗਈ। ਡਾਇਰੈਕਸ਼ਨ ਹਾਲੇ ਚੇਂਜ ਨਹੀਂ ਹੋਈ, ਡਾਇਰੈਕਸ਼ਨ ਚੇਂਜ ਹੋਏਗੀ ਹੁਣ। ਹੁਣ ਕੀ ਹੋਏਗਾ ਸਰ, ਦੂਜੇ ਪਾਸੇ ਐਂਟੀ ਕਲੌਕਵਾਈਜ਼ ਇੰਨੇ ਸਰ 1 2 3 4 4 ਐਂਪੀਅਰ ਪਹੁੰਚਣਾ। ਉੱਥੇ ਵੀ ਦੂਜੀ ਸਾਈਡ ਵੀ ਇਹਨੇ ਮੈਕਸਿਮਮ 4 ਦੇ ਕਰ ਲੈਣੇ ਆ। ਤੁਸੀਂ ਕਹੋਗੇ ਸਰ ਇੱਥੇ -4 ਲਿਖ ਦਿਓ, ਮੈਂ ਅਵੋਇਡ ਕਰ ਰਿਹਾ, ਮੈਂ ਕਹਿਣਾ ਚਲੋ ਸਿਰਫ ਵੈਲਿਊ ਦੇਖੀਏ ਤਾਂ 4 ਦੂਜੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਪਹੁੰਚੇਗਾ। ਉਹਦੇ ਬਾਅਦ ਇਹਦੇ ਨਾਲ ਕੀ ਹੋਏਗਾ, ਅਗੇਨ ਇਟ ਵਿਲ ਰਿਡਿਊਸ 3 2 1 0। ਮੰਨ ਲਓ ਜਦੋਂ AC ਸੋਰਸ ਦਿੱਤਾ ਅਸੀਂ, ਇਹ ਜਿਹੜਾ ਸਿੰਬਲ ਹੈ ਇੱਥੇ ਸੋਰਸ ਦਿੱਤਾ, ਤਾਂ ਸਾਡਾ ਜਿਹੜਾ ਕਰੰਟ ਹੈ ਉਹ ਕਲੌਕਵਾਈਜ਼ ਚੱਲਿਆ। ਪਹਿਲੇ ਹੋ ਜਾਂਦਾ ਹੈ 1, ਦੈਨ 2 ਐਂਪੀਅਰ, ਦੈਨ 3 ਐਂਪੀਅਰ, ਦੈਨ 4 ਐਂਪੀਅਰ, ਮੈਕਸਿਮਮ ਪਹੁੰਚ ਗਿਆ। ਹੁਣ ਕੀ ਹੋਏਗਾ, 3 ਐਂਪੀਅਰ, 2 ਐਂਪੀਅਰ, है ना, 1 एम्पेयर, फिर की हो जाएगा अगेन 0 पे आ गया। नाउ व्हाट विल हैपन, इट विल चेंज इट्स डायरेक्शन, 1 एम्पेयर, 2 एम्पेयर, 3 एम्पेयर, 4 एम्पेयर, ये पहुंच गए थे तक। ਹੁਣ ਕੀ ਹੋਏਗਾ सर, नाउ इट विल रिड्यूस, मैक्सिमम पहुंच के वापस आएगा 4 3 2 1 0। ਇਹ ਇੱਕ ਸਾਈਕਲ ਕੰਪਲੀਟ ਹੋਈ, ਅਸੀਂ ਕਹਾਂਗੇ ਇੱਕ ਸਾਈਕਲ। ਜਿੱਥੇ ਸੀ ਇਹਦੇ ਬਾਅਦ ਕੀ ਹੋਏਗਾ ਸਰ, ਇਟ ਵਿਲ ਜਸਟ ਰਿਪੀਟ। ਹੁਣ ਇੱਥੇ ਮੈਂ ਇਹਨਾਂ ਦੇ ਜੇ ਮੈਗਨੀਟਿਊਡ, ਹੁਣ ਵੀ ਕਰੰਟ ज़्यादा कितने है जी, मैक्सिमम, ये देखो सर ये मैक्सिमम, राइट है ना, लाइन बना रहे हैं, ये है मैक्सिमम सर, इधर नूं नहीं है, डायरेक्शन पुट्ठी है, माइनस तुसी लाया नहीं, बस मैं डायरेक्शन दस दिना, कलर भी दूजा ले लीए, दिस इज इट, राइट। नाउ लेट 3 इस तो छोटा होएगा, फिर 2 1, राइट, 3 2 1, उदा ही इत्थे कर लीए, दिस इज 3, दिस इज 2, दिस इज 1, ਰਾਈਟ। ਤਾਂ ਇਹ ਤੁਹਾਨੂੰ ਜਿਹੜੀ ਫਿਗਰ ਮਿਲ ਰਹੀ ਹੈ ਵੀ ਕਰੰਟ ਕਿਸ ਤਰ੍ਹਾਂ ਵੱਧਦਾ ਪਿਆ ਹੈ, ਘਟਦਾ ਪਿਆ ਹੈ, ਜੇ ਤੁਸੀਂ ਧਿਆਨ ਨਾਲ ਦੇਖੋ ਔਰ ਇਹਨੂੰ ਫਰੇਮ ਕਰੋ, ਯੂ ਵਿਲ ਗੈਟ ਵਨ ਕਾਈਂਡ ਆਫ ਵੇਵ ਸਰ, ਸੇਮ ਟੂ ਸੇਮ ਜਿਹੜੀ ਅਸੀਂ ਸਿੰਬਲ ਯੂਜ਼ ਕਰ ਰਹੇ ਹਾਂ। ਦੈਟ ਇਜ਼ ਵਾਈ ਅਸੀਂ ਆਲਟਰ ਕਰਦੇ ਹੋਏ ਕਰੰਟ ਨੂੰ, ਚੇਂਜ ਕਰਦੇ ਹੋਏ ਕਰੰਟ ਨੂੰ ਸਾਈਨ ਵੇਵ ਨਾਲ ਦਿਖਾਉਂਦੇ ਹਾਂ, ਸਾਈਨ ਵੇਵ ਨਾਲ। ਇੱਥੇ ਅਸੀਂ ਇੱਕ ਲਾਈਨ ਬਣਾ ਦੇਣੀ ਹੈ, ਇੱਥੇ ਲਿਖ ਦੇਣਾ ਹੈ 4 ਐਂਪੀਅਰ, ਰਾਈਟ। ਦਿਸ ਵਿਲ ਬੀ ਕਾਲਡ ਪੀਕ ਵੈਲਿਊ ਆਫ ਕਰੰਟ, ठीक है जी। थल्ले कितनी चल जाएगी सर, इट विल गो डाउन, कितनी 4 का 10 हो जाएगा, नहीं सर दूसरी डायरेक्शन भी सेम रहेगा, -4 एम्पेयर कर दो। ਤਾਂ ਅਸੀਂ ਕਹਿ ਸਕਦੇ ਹਾਂ ਸਾਡਾ ਜਿਹੜਾ ਕਰੰਟ ਫਲਕਚੁਏਟ ਕਰ ਰਿਹਾ ਹੈ ਉਹ -4 to 4 ਐਂਪੀਅਰ ਕਰ ਰਿਹਾ ਹੈ। ਪਹਿਲੇ ਕਰੰਟ ਵਧਿਆ, ਇਸ ਟਾਈਮ ਕਿੱਥੇ ਪਹੁੰਚ ਗਿਆ ਹੈ, ਮੈਕਸਿਮਮ। ਕਿੱਦਾਂ ਦੇਖ ਰਹੇ ਹੋ ਸਰ, ਤੁਸੀਂ ਤਾਂ ਇੱਧਰ ਦੇਖ ਰਹੇ ਹੋ, ਤੁਸੀਂ ਵੈਲਿਊ ਦੇਖਣ ਵਾਸਤੇ ਇਹਦੇ ਸਾਹਮਣੇ ਦੇਖੋ, ਇਹ ਇੱਧਰ, ਰਾਈਟ। ਯਾਨੀ ਕਿ ਇੱਕ ਗੋਲਾ ਜਿਹਾ ਤੁਸੀਂ ਦਿਮਾਗ 'ਚ ਰੱਖਣਾ ਹੈ, ਉਹ ਚੱਲ ਰਿਹਾ ਹੈ, ਉਹਦੀ ਜਿਹੜੀ ਸ਼ੈਡੋ ਪੈ ਰਹੀ ਹੈ ਇੱਥੇ, ਸ਼ੈਡੋ, ਉਨਾ ਕਰੰਟ ਇਸ ਟਾਈਮ ਹੈ, ठीक है। ਅੱਗੇ ਵਧਾਉਂਦਾ ਹੈ ਇਹਨੂੰ, ਇਹ ਦੇਖੋ ਮੈਕਸਿਮਮ ਹੋ ਗਿਆ, ਹੁਣ ਵੈਲਿਊ ਘਟਣੀ ਹੈ ਸਰ, ਹੈ ਨਾ। ਹੁਣ ਕੀ ਹੋ ਗਈ, ਵੈਲਿਊ 0 ਹੋ ਗਈ। ਦੇਖੋ ਸੈਂਟਰ ਦੀ ਵੈਲਿਊ ਜਿਹੜੀ ਮੰਨੀ ਜਾਏਗੀ 0। ਇਹ ਪਾਣੀ ਦੀ ਲਹਿਰ ਦੀ ਤਰ੍ਹਾਂ ਸਮਝੋ ਨਾ, ਵੀ ਜਿਹੜੇ ਜੇ ਕੋਈ ਲਹਿਰ ਨਹੀਂ ਹੁੰਦੀ ਤਾਂ ਪਾਣੀ ਇੱਥੇ ਰਹਿਣਾ ਸੀ, 0 ਲੈਵਲ ਤੇ ਰਹਿਣਾ ਸੀ। ਹੁਣ ਇੱਕ ਲਹਿਰ ਉੱਠੀ ਹੈ, ਮੈਕਸਿਮਮ ਪੀਕ ਕੀਤਾ, ਉਹਦੇ ਬਾਅਦ ਘੱਟ ਹੋਇਆ, ਯਾਦ ਆ ਰਿਹਾ ਹੈ 0 1 2 3 4, ਦੈਨ 3 2 1
0, करंट काट के फिर 0 हो गया। नाउ इट विल गो इन अनदर डायरेक्शन, बट अगेन जिद्दां ऊपर गया इत्थे पीक करेगा, बट इन अनदर डायरेक्शन -4 एम्पेयर हो जाएगा, देन इट विल रिड्यूस एंड देन इट विल कम। ये की बन गई, ये साइन वेव बन गई, राइट। इस तो गा नहीं बनाया, लेट अस अंडरस्टैंड वन साइकिल। ਇਹਦੇ ਬਾਅਦ ਬੇਟਾ ਰਿਪੀਟੀਸ਼ਨ ਹੀ ਹੈ, ਇਦਾਂ ਹੀ ਇਹਨੇ ਚੱਲੀ ਜਾਣਾ ਹੈ। ਅਸੀਂ ਇੱਕ ਸਾਈਕਲ ਸਮਝ ਲੈਂਦੇ ਹਾਂ, ਠੀਕ ਹੈ। ਹੁਣ ਇੱਥੇ ਅਸੀਂ y ਐਕਸਿਸ 'ਚ ਵੈਲਿਊ ਲਿਖ ਦਿੱਤੀ ਹੈ, x ਐਕਸਿਸ 'ਚ ਕੀ ਲਿਖ ਸਕਦੇ ਹਾਂ, x ਐਕਸਿਸ 'ਚ ਅਸੀਂ ਐਂਗਲ ਲਿਖ ਸਕਦੇ ਹਾਂ ਪਾਈਜ਼ 'ਚ। ਦੇਖੀਏ, ਦੇਖੋ ਇਹਨੂੰ ਕੀ ਕਹਿ ਸਕਦੇ ਹਾਂ, ਇਹ ਤਾਂ 0 ਹੀ ਹੈ ਜੀ, ਹੈ ਨਾ, ਇਹ 0 ਹੈ, ਰਾਈਟ। 0 ਨੂੰ 0 ਕਵਾਂਗੇ, ਇੱਥੇ ਪਾਈ ਕੰਪਲੀਟ ਹੋ ਗਿਆ, ਇੱਥੇ 2 ਪਾਈ ਕੰਪਲੀਟ ਹੋ ਗਿਆ, 1 ਸਾਈਕਲ ਯਾਨੀ ਕਿ 2 ਪਾਈ ਰੇਡੀਅਨ ਕਵਰ ਹੋ ਗਏ। ਇੱਥੇ ਕੀ ਹੋਏਗਾ, ਇਹ ਪਾਈ ਹੈ ਤਾਂ ਪਾਈ ਦਾ ਅੱਧਾ, ਪਾਈ ਬਾਈ 2, ਉੱਦਾਂ ਹੀ ਅਸੀਂ ਪਾਈ ਬਾਈ 4 ਕਹਿ ਸਕਦੇ ਹਾਂ ਨਾ। ਇੱਥੇ ਕੀ ਹੋਏਗਾ ਸਰ, ਪਾਈ ਐਂਡ 2 ਪਾਈ ਦੇ ਵਿਚਕਾਰ ਕੀ ਹੋਏਗਾ, ਪਾਈ ਪਲਸ ਪਾਈ ਬਾਈ 2, ਇਹ ਅੱਧਾ ਹੋ ਜਾਏਗਾ ਨਾ। ਪਾਈ ਦੇਖੋ ਪੂਰਾ ਇਹ ਹੈ ਪਾਈ, पाई प्लस पाई बाय 2 की हो जाएगा 3 पाई बाय 2, तो ये हो जाएगा 3 पाई बाय 2। डिग्री च दस सकते हो की हो रहा है, वैसे ऐसे रेडियंस यूज़ कर रहे हैं, पाई यूज़ कर रहे हैं, बट फिर भी दिस इज़ 360 डिग्री, दिस इज़ 270 डिग्री, दिस इज़ 180 डिग्री, दिस इज़ 90 डिग्री एंड दिस इज़ 0 डिग्री। बट असी पाई च ही गल करनी है, यानी कि रेडियंस च ही गल करनी है। नाउ ਹੁਣ x ਐਕਸਿਸ y ਐਕਸਿਸ 'ਚ ਸਾਨੂੰ ਵੈਲਿਊ ਮਿਲ ਗਈ। ਮੈਂ ਤੁਹਾਨੂੰ ਹੁਣ ਕਰੰਟ ਦੀ ਵੈਲਿਊ ਦੱਸ ਸਕਦਾ ਹਾਂ, ਤੁਸੀਂ ਮੈਨੂੰ ਦੱਸੋ ਰੇਡੀਅਨ ਦੀ ਕੀ ਵੈਲਿਊ ਹੈ, ਥੀਟਾ ਐਂਗਲ ਕਿਤਨਾ ਚੱਲਿਆ ਹੋਇਆ ਹੈ। ਤੇ ਜੇ ਮੈਂ ਕਹਾਂ ਪਾਈ ਤੇ ਕੀ ਵੈਲਿਊ ਹੈ, ਤੁਸੀਂ ਕਹੋਗੇ ਸਰ 0, ਰਾਈਟ। ਸ਼ੈਡੋ ਦੇਖਣੀ ਹੈ, ਇਹਦੀ ਪਰਛਾਈ ਦੇਖਣੀ ਹੈ, ਇਸ ਲਾਈਨ ਤੇ ਕਿੰਨੀ ਆ ਰਹੀ ਹੈ। 2 ਪਾਈ ਤੇ ਵੀ 0, ਉਹ 0 ਤੇ 0 ਹੀ ਸੀ। ਵਟ ਅਬਾਊਟ ਪਾਈ ਬਾਈ 2, ਇੱਥੇ ਬਣਾਇਆ ਘੇਰਾ, ਇਹਦੀ ਸ਼ੈਡੋ ਦੇਖੋ, ਮੈਕਸਿਮਮ ਸਰ ਪੀਕ ਵੈਲਿਊ ਰੀਚ ਕਰੇਗਾ ਪਾਈ ਬਾਈ 2 ਤੇ, ਜਿਹੜੀ ਤੁਸੀਂ ਵੇ ਬਣਾਈ ਹੈ ਉਸ ਹਿਸਾਬ ਨਾਲ। ਵਟ ਅਬਾਊਟ 3 ਪਾਈ ਬਾਈ 2, 3 ਪਾਈ ਬਾਈ 2 ਤੇ ਇੱਥੇ ਸੀ ਸਰ ਸ਼ੈਡੋ ਦੇਖੋ, -4 ਐਂਪੀਅਰ ਕਰੰਟ ਹੋਏਗਾ ਸਰ, ਹੈ ਨਾ। ਤਾਂ ਸਾਨੂੰ ਗ੍ਰਾਫ ਸਾਈਨ ਵੇਵ ਕਿੱਦਾਂ ਹੈਲਪ ਕਰ ਰਿਹਾ ਹੈ, ਤੁਸੀਂ ਐਂਗਲ ਦੱਸੋ ਸਰ, ਐਂਡ ਯੂ ਵਿਲ ਗੈਟ what is the value of current at that time। ਹੁਣ ਇਹਨੂੰ ਫਾਰਮੂਲੇ 'ਚ ਲਿਖ ਲਈਏ, ਦੇਖੋ ਅਸੀਂ ਕਹਿ ਸਕਦੇ ਹਾਂ ਕਿਸੇ ਵੀ ਟਾਈਮ ਕਰੰਟ ਚਾਹੀਦਾ ਹੋਏ, ਕਿਸੇ ਵੀ ਐਂਗਲ ਤੇ ਕਰੰਟ ਚਾਹੀਦਾ ਹੋਏ ਤਾਂ ਉਹ ਕਰੰਟ ਹੋਏਗਾ ਮੈਕਸਿਮਮ, ਜਿਹਨੂੰ I0 ਨਾਲ ਡਿਨੋਟ ਕਰਾਂਗੇ, ਪੀਕ ਵੈਲਿਊ। ਇੱਥੇ ਕੀ ਹੈ, I0 ਹੈ 4 ਐਂਪੀਅਰ, ਹੈ ਨਾ। I0 ਨਾਲ ਮਲਟੀਪਲਾਈ ਕਰ ਦਿਓ ਸਾਈਨ ਥੀਟਾ ਨੂੰ। ਥੀਟਾ ਕੀ ਹੈ ਸਰ, ਰੇਡੀਅੰਸ 'ਚ ਐਂਗਲ ਹਨ। ਪਾਈ ਪਾਓ, ਸਾਈਨ 180 0 ਹੁੰਦਾ ਹੈ, ਤੁਹਾਨੂੰ I ਕੀ ਮਿਲੇਗਾ, 0 ਮਿਲੇਗਾ, ਯਾਨੀ ਕਿ ਕਰੰਟ ਦੀ ਇਸ ਟਾਈਮ ਇਸ ਐਂਗਲ ਤੇ ਵੈਲਿਊ 0 ਹੈ। ਵਟ ਅਬਾਊਟ ਇੱਥੇ ਸਰ ਸਾਈਨ 90 ਡਿਗਰੀ ਪਾ ਦਿਓ, ਪਾਈ ਬਾਈ 2 ਹੁੰਦਾ ਨਾ 90 ਡਿਗਰੀ, ਤੁਹਾਨੂੰ ਇਹ 1 ਹੋ ਜਾਏਗਾ। ਸਾਈਨ 91 ਹੁੰਦਾ ਹੈ ਤਾਂ ਕੀ ਹੋ ਜਾਏਗਾ, I = I0, ਤੁਹਾਨੂੰ ਮੈਕਸਿਮਮ ਕਰੰਟ ਮਿਲਦਾ ਪਿਆ ਉਸ ਟਾਈਮ, ਰਾਈਟ। ਕਿਉਂਕਿ ਚੀਜ਼ਾਂ ਫਲਕਚੁਏਟ ਕਰ ਰਹੀ ਹੈ ਤਾਂ ਕਰਕੇ ਜ਼ਰੂਰੀ ਹੈ ਇਹੋ ਜਿਹਾ ਫਾਰਮੂਲਾ ਬਣਾਉਣਾ, ਜਿਹਦੇ ਕਰਕੇ ਅਸੀਂ ਕਿਸੇ ਪਰਟੀਕੂਲਰ ਮੂਵਮੈਂਟ 'ਚ ਵੀ ਦੱਸ ਸਕੀਏ ਵੀ ਕਿੰਨਾ ਕਰੰਟ ਹੈ। ਇੱਥੇ ਤੱਕ ਹੋ ਗਿਆ। ਬਟ ਸਰ ਇਹ ਦੱਸੋ ਕਰੰਟ 'ਚ ਕਿੱਦਾਂ ਅਸੀਂ ਗੱਲ ਕਰਾਂਗੇ, ਪਾਈ 2 ਪਾਈ, ਰਾਈਟ। ਇਟ ਇਜ਼ ਕੰਪਲੈਕਸ। ਪ੍ਰੈਕਟੀਕਲੀ ਅਸੀਂ ਕੀ ਕਰਦੇ ਹਾਂ, ਪ੍ਰੈਕਟੀਕਲੀ ਸਾਡੇ ਕੋਲ ਤਾਂ ਘੜੀ ਹੈ, ਰਾਈਟ। ਤਾਂ ਸਾਨੂੰ ਕੀ ਚਾਹੀਦਾ ਹੈ ਕਿ ਸਰ ਇਹੀ ਰਿਲੇਸ਼ਨ ਟਾਈਮ ਦੇ ਹਿਸਾਬ ਨਾਲ ਮਿਲ ਜਾਵੇ ਤਾਂ ਵਧੀਆ ਹੈ। what will happen in 1 second, what will happen in 1.5 second, 2 second, 3 second, 60 second, ਜਦੋਂ ਹੋ ਗਏ ਕਰੰਟ ਦੀ ਵੈਲਿਊ ਕਿੰਨੀ ਹੈ, ਵੀ ਵਾਂਟ ਇਨ ਦੈਟ ਵੇ। ਤਾਂ ਉਹਦੇ ਵਾਸਤੇ ਅਸੀਂ ਕੀ ਕਰਨਾ ਹੈ, ਛੋਟਾ ਜਿਹਾ ਰਿਲੇਸ਼ਨ ਯੂਜ਼ ਕਰ ਲੈਣਾ ਹੈ। ਦੇਖੋ what is this angle in radian, ਜੇ ਇਹਨੂੰ ਟਾਈਮ ਨਾਲ ਡਿਵਾਈਡ ਕਰਦਾ, ਜਿਵੇਂ ਡਿਸਪਲੇਸਮੈਂਟ ਡਿਵਾਈਡਡ ਬਾਈ ਟਾਈਮ ਕੀ ਹੋ ਜਾਂਦਾ ਸੀ, ਵੈਲੋਸਿਟੀ, ਉੱਦਾਂ ਹੀ ਐਂਗੂਲਰ ਡਿਸਪਲੇਸਮੈਂਟ ਥੀਟਾ ਐਂਗਲ ਜਿੰਨੇ ਕਵਰ ਹੋਏ ਡਿਵਾਈਡਡ ਬਾਈ ਟਾਈਮ ਹੋ ਜਾਏਗਾ ਐਂਗੂਲਰ ਵੈਲੋਸਿਟੀ, ਰਾਈਟ। ਤਾਂ ਥੀਟਾ ਕੀ ਹੋ ਜਾਏਗਾ, ਟੀ ਦੂਜੇ ਪਾਸੇ ਲੈ ਜਾਓ, ਓਮੇਗਾ ਟੀ, ਰਾਈਟ। ਤਾਂ ਥੀਟਾ ਤੁਹਾਨੂੰ ਪਸੰਦ ਨਹੀਂ ਆਇਆ ਸਰ, ਥੀਟਾ ਦੀ ਗੱਲ ਨਹੀਂ ਕਰਨੀ, ਤਾਂ ਥੋੜਾ ਜਿਹਾ ਮੋਡੀਫਿਕੇਸ਼ਨ ਮੈਂ ਕਰ ਦਿੱਤੀ, ਇਹ ਹੋ ਗਿਆ ਸਾਈਨ ਓਮੇਗਾ ਟੀ, ਰਾਈਟ। what is omega, omega is angular
ਵੈਲੋਸਿਟੀ। ਐਂਗੂਲਰ ਵੈਲੋਸਿਟੀ ਮਤਲਬ ਕਿਤਨੇ ਰੇਡੀਅੰਸ ਕਵਰ ਹੋ ਰਹੇ ਹਨ ਪਰ ਸੈਕਿੰਡ। ਜਿੱਦਾਂ ਡਿਸਪਲੇਸਮੈਂਟ ਹੁੰਦੀ 2 ਮੀਟਰ ਪਰ ਸੈਕਿੰਡ, ਇੱਥੇ ਉਹਨਾਂ 2 ਰੇਡੀਅੰਸ ਪਰ ਸੈਕਿੰਡ, ਪਾਈ ਰੇਡੀਅਨ ਪਰ ਸੈਕਿੰਡ, 3 ਪਾਈ ਰੇਡੀਅੰਸ ਪਰ ਸੈਕਿੰਡ, 4 ਪਾਈ ਰੇਡੀਅੰਸ ਪਰ ਸੈਕਿੰਡ, ਰਾਈਟ। ਉੱਦਾਂ ਗੱਲ ਕਰਾਂਗੇ। ਇਹਨੂੰ ਹੋਰ ਸਿੰਪਲੀਫਾਈ ਕਰੀਏ। ਸਰ ਇਹ ਵੀ ਨਹੀਂ ਚਾਹੀਦਾ, ਯਾਨੀ ਕਿ ਓਮੇਗਾ ਵੀ ਸਰ ਅਜੀਬ ਜਿਹਾ ਲੱਗ ਰਿਹਾ, ਸਮਝ ਨਹੀਂ ਆ ਰਿਹਾ। ਤਾਂ ਮੈਂ ਪੁੱਛਾਂਗਾ ਤੁਹਾਨੂੰ, ਅੱਛਾ ਚਲੋ ਇਹ ਦੱਸੋ, ਵਟ ਇਜ਼ ਦਾ ਫ੍ਰੀਕੁਐਂਸੀ ਆਫ ਲਾਈਟ। ਤੁਸੀਂ ਜਿਹੜੀ ਸਪਲਾਈ ਲਈ ਹੈ, ਮੇਨ ਸਪਲਾਈ ਤੁਹਾਨੂੰ ਜੋ ਮਿਲੀ ਹੈ, ਉਹਦੀ ਫ੍ਰੀਕੁਐਂਸੀ ਕਿੰਨੀ ਹੈ? ਤਾਂ ਤੁਸੀਂ ਦੱਸੋਗੇ ਸਰ ਤਾਂ ਫ੍ਰੀਕੁਐਂਸੀ ਸਾਡੇ ਘਰਾਂ 'ਚ ਆ ਰਹੀ ਹੈ 50 ਦੀ, 50 ਹਰਟਜ਼, ਰਾਈਟ। ਕੁਛ ਵੀ ਹੋ ਸਕਦੀ ਹੈ, ਰਾਈਟ। ਜੇ ਹੁੰਦੀ ਹੈ ਐਫ ਮੰਨ ਲਓ, ਹੈ ਨਾ, ਕੋਈ ਵੀ ਸਰਕਟ ਹੈ ਉਹਦੇ 'ਚ ਜਿਹੜੀ ਏਸੀ ਦੀ ਸਪਲਾਈ ਹੈ ਉਹ ਕਿਸੇ ਵੀ ਹਰਟਜ਼ ਦੀ ਹੈ, ਅਸੀਂ ਮੰਨ ਲਿਆ ਇੱਕ ਐਫ। ਤਾਂ ਯਾਦ ਰੱਖਣਾ ਓਮੇਗਾ ਅਸੀਂ ਕੱਢ ਸਕਦੇ ਹਾਂ 2 ਪਾਈ, ਜਸਟ ਮਲਟੀਪਲਾਈ ਕਰ ਦਿਓ ਫ੍ਰੀਕੁਐਂਸੀ ਨਾਲ, ਰਾਈਟ। ਸਾਡੇ ਘਰਾਂ 'ਚ ਕੀ ਹੋ ਗਈ ਓਮੇਗਾ, ਦੱਸ ਸਕਦੇ ਹੋ ਸਰ? 2 ਪਾਈ ਮਲਟੀਪਲਾਈ ਕਰੋ ਸਰ, ਐਫ ਹੁੰਦਾ ਹੈ 50, ਯਾਨੀ ਕਿ 100 ਪਾਈ ਰੇਡੀਅਨ ਪਰ ਸੈਕਿੰਡ, ਠੀਕ ਹੈ। ਤਾਂ ਇਸ ਹਿਸਾਬ ਨਾਲ ਇਹਨੂੰ ਹੋਰ ਮੋਡੀਫਾਈ ਕਰ ਦਿੱਤਾ, ਤਾਂ ਇਹਨੂੰ ਵੀ ਯੂਜ਼ ਕਰ ਲਈਏ। ਨਾਓ ਵੀ ਕੈਨ ਰਾਈਟ I naught into sine 2 pi f t। ਨਾਓ ਇਟ ਇਜ਼ ਪ੍ਰੈਕਟੀਕਲ। ਕਿਉਂ? ਕਿਸੇ ਵੀ ਏਸੀ ਦੀ ਸਪਲਾਈ ਦੀ ਸਾਨੂੰ ਫ੍ਰੀਕੁਐਂਸੀ ਪਤਾ ਹੁੰਦੀ ਹੈ। ਹੁਣ ਤੁਸੀਂ ਬੋਲੋ ਟਾਈਮ ਕਿੰਨਾ, ਮੈਂ ਤੁਹਾਨੂੰ ਦੱਸ ਦਾਂਗਾ ਉਸ ਟਾਈਮ I ਦੀ ਵੈਲਿਊ ਜਾਂ ਕਰੰਟ ਦੀ ਵੈਲਿਊ ਕਿਤਨੀ ਹੈ।